ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਯਰਮਾਇਆ ਦੇ ਨਾਲ ਬਾਈਬਲ ਦੇ ਵਿੱਚੋਂ ਪਾਲਣ ਪੋਸ਼ਣ ਦੇ ਉੱਤੇ ਲੜੀਵਾਰ ਅਧਿਐਨ ਕਰਦੇ ਆ ਰਹੇ ਹਾਂ। ਹੁਣ ਤੱਕ ਅਸੀਂ ਜਾਣਿਆ ਕਿ ਮਾਤਾ ਪਿਤਾ ਬਣਨਾ ਇੱਕ ਸੁਭਾਗ ਦੀ ਗੱਲ ਹੈ, ਪਰ ਇਸ ਦੇ ਨਾਲ ਇਹ ਇੱਕ ਵੱਡੀ ਚੁਣੌਤੀ ਵੀ ਹੈ, ਕਿਉਂਕਿ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸੌਖਾ ਕੰਮ ਨਹੀਂ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਸਾਡੇ ਪਰਿਵਾਰ ਲੋਕਾਂ ਨੂੰ ਜੀਵਨ ਦੀ ਰੋਸ਼ਨੀ ਦਿਖਾਉਣ ਦਾ ਕੰਮ ਕਰਨ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਆਦਰਸ਼ ਪਰਿਵਾਰ ਦੇ ਬਾਰੇ ਗੌਰ ਕਰ ਰਹੇ ਸੀ। ਅਸੀਂ ਵੇਖਿਆ ਕਿ ਆਦਰਸ਼ ਪਰਿਵਾਰ ਉਹ ਪਰਿਵਾਰ ਹੁੰਦਾ ਹੈ ਜੋ ਆਪਣੇ ਵਿਸ਼ਵਾਸ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਂਦਾ ਚਲਾ ਜਾਂਦਾ ਹੈ। ਅਸੀਂ ਇਸ ਦੇ ਕੁਝ ਲੱਛਣਾਂ ਬਾਰੇ ਵੀ ਜਾਣਿਆ ਸੀ, ਪਰ ਸਮੇਂ ਦੀ ਘਾਟ ਕਰਕੇ ਅਸੀਂ ਆਪਣੇ ਅਧਿਐਨ ਨੂੰ ਪੂਰਾ ਨਹੀਂ ਕਰ ਸਕੇ ਸੀ। ਇਸ ਲਈ ਦਰਸ਼ਕੋ, ਅਸੀਂ ਇਸ ਆਦਰਸ਼ ਮਸੀਹ ਪਰਿਵਾਰ ਦੇ ਉੱਤੇ ਆਪਣੀ ਸਿੱਖਿਆ ਨੂੰ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਤੁਸੀਂ ਪਰਮੇਸ਼ਰ ਦੇ ਬਾਰੇ ਬੋਲਣ ਦੇ ਅਵਸਰ ਨੂੰ ਕਦੇ ਹੱਥੋਂ ਨਾ ਜਾਣ ਦਿਓ। ਜੇ ਮੈਂ ਯਿਸੂ ਨਾਲ ਆਪਣੇ ਸੰਬੰਧ ਦੇ ਬਾਰੇ ਖੁਸ਼ ਹਾਂ ਤਾਂ ਆਪਣੀ ਖੁਸ਼ੀ ਆਪਣੇ ਬੱਚਿਆਂ ਨਾਲ ਵੰਡੋ, ਤਾਂ ਕਿ ਉਹ ਵੀ ਆਪਣਾ ਸੰਬੰਧ ਉਸ ਨਾਲ ਜੋੜ ਸਕਣ। ਇਸ ਤਰ੍ਹਾਂ ਦੇ ਵਿਸ਼ਵਾਸ ਨਾਲ ਲੂਇਸ ਅਤੇ ਜੂਨਸ ਨੇ ਇਸ ਜਵਾਨ ਵਿਅਕਤੀ ਦੀ ਪਾਲਣਾ ਕੀਤੀ ਅਤੇ ਉਸ ਦੇ ਬਾਰੇ ਰਸੂਲਾਂ ਦੇ ਕਰਤੱਵ 16 ਅਧਿਆਏ 2 ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ। ਉਹ ਲੂਸਤਰਾ ਅਤੇ ਇਕਨਿਊਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕ ਨਾਮੀ ਸੀ। ਇਸ ਤਰ੍ਹਾਂ ਦਾ ਵਿਅਕਤੀ ਉਹ ਕਿਸ ਤਰ੍ਹਾਂ ਬਣ ਸਕਿਆ? ਕਿਸੇ ਨੇ ਉਸ ਨੂੰ ਆਪਣਾ ਪਵਿੱਤਰ ਅਤੇ ਦ੍ਰਿੜ ਵਿਸ਼ਵਾਸ ਲੈਣ ਲਈ ਤਿਆਰ ਕੀਤਾ ਅਤੇ ਉਹ ਆਪਣੇ ਭਾਈਆਂ ਵਿੱਚ ਨੇਕ ਨਾਮ ਕਮਾ ਸਕਿਆ। ਉਹ ਕਿੰਨਾ ਅੱਛਾ ਘਰ, ਉਹ ਕਿੰਨੀ ਅੱਛੀ ਮਾਂ, ਉਹ ਕਿੰਨਾ ਅੱਛੇ ਬੱਚਿਆਂ ਲਈ ਘਰ ਦਾ ਮਾਹੌਲ। ਅਸੀਂ ਵੀ ਆਪਣੇ ਘਰ ਨੂੰ ਆਪਣੇ ਬੱਚਿਆਂ ਲਈ ਇਸ ਤਰ੍ਹਾਂ ਦਾ ਬਣਾ ਸਕਦੇ ਹਾਂ, ਜੇ ਅਸੀਂ ਆਪਣੇ ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀ ਨੂੰ ਸਮਝ ਜਾਈਏ। ਭਾਗ ਸੱਸਾ, ਵਿਸ਼ਵਾਸ ਦੇ ਪ੍ਰਤੀ ਆਤਮਿਕ ਭਰੋਸਾ। ਪਾਲੂਸ ਦੂਸਰਾ ਤਮੋਥੀਅਸ 1 ਅਧਿਆਏ 1 ਵਚਨ ਵਿੱਚ ਆਪਣੇ ਵਿਸ਼ਵਾਸ ਦੇ ਬਾਰੇ ਇੰਜ ਬਿਆਨ ਕਰਦਾ ਹੈ। ਉਸ ਜੀਵਨ ਦੇ ਵਾਅਦੇ ਦੇ ਅਨੁਸਾਰ ਜਿਹੜਾ ਮਸੀਹ ਯਿਸੂ ਵਿੱਚ ਹੈ। ਪਰਮੇਸ਼ਰ ਦੀ ਇੱਛਾ ਤੋਂ ਮਸੀਹ ਯਿਸੂ ਦਾ ਰਸੂਲ ਹਾਂ। ਪਾਲੂਸ ਇੱਥੇ ਮਸੀਹ ਵਿੱਚ ਪਵਿੱਤਰ ਵਿਸ਼ਵਾਸ ਦੇ ਬਾਰੇ ਗੱਲਬਾਤ ਕਰ ਰਿਹਾ ਹੈ, ਜੋ ਪੂਰੀ ਤਰ੍ਹਾਂ ਯਿਸੂ ਤੇ ਨਿਰਭਰ ਕਰਦਾ ਹੈ। ਪਾਲੂਸ ਜਦ ਕੈਦ ਵਿੱਚ ਸੀ ਅਤੇ ਮਰਨ ਲਈ ਤਿਆਰ ਸੀ, ਉਹ ਲਿਖਦਾ ਹੈ ਕਿ ਉਸ ਦਾ ਵਿਸ਼ਵਾਸ ਉਸ ਨੂੰ ਜੀਵਨ ਦੇਣ ਦਾ ਵਾਅਦਾ ਕਰਦਾ ਹੈ। ਉਹ ਜੀਵਨ ਨੂੰ ਆਤਮਾ ਵਿੱਚ ਵੇਖਦਾ ਸੀ, ਕਿਉਂਕਿ ਉਸ ਦਾ ਸੰਬੰਧ ਆਤਮਿਕ ਮਸੀਹ ਨਾਲ ਸੀ। ਪਾਲੂਸ ਦੇ ਮਨ ਵਿੱਚ ਵਿਸ਼ਵਾਸ ਦਾ ਅਰਥ ਸੀ ਯਿਸੂ ਮਸੀਹ ਨੂੰ ਸੰਪੂਰਨਤਾ ਨਾਲ ਫੜੀ ਰੱਖਣਾ। ਉਸ ਲਈ ਵਿਸ਼ਵਾਸ ਦਾ ਅਰਥ ਇਹ ਨਹੀਂ ਸੀ ਕਿ ਉਹ ਕੇਵਲ ਇੱਕ ਮਨ ਦਾ ਭਰੋਸਾ ਹੈ ਜਿਸ ਨੂੰ ਉਸਨੇ ਹੱਠ ਧਰਮੀ ਨਾਲ ਸਵੀਕਾਰ ਕੀਤਾ ਹੋਇਆ ਹੈ। ਸੈਮੂਅਲ ਟੇਲਰ ਆਪਣੇ ਸ਼ਬਦਾਂ ਵਿੱਚ ਆਖਦਾ ਹੈ, ਵਿਸ਼ਵਾਸ ਇੱਕ ਸੱਚੇ ਦਿਲ ਨਾਲ ਕੀਤਾ ਗਿਆ ਐਲਾਨ ਹੈ ਅਤੇ ਇਹ ਕੰਮ ਕਰਦਾ ਹੈ ਅਤੇ ਆਤਮਿਕ ਸੱਚਾਈ ਇਸ ਵਿੱਚ ਵਾਸ ਕਰਦੀ ਹੈ। ਇਸ ਤਰ੍ਹਾਂ ਦਾ ਦ੍ਰਿੜ ਵਿਸ਼ਵਾਸ ਜੇ ਸਾਡੇ ਅੰਦਰ ਹੈ ਤਾਂ ਅਸੀਂ ਦੂਜਿਆਂ ਨੂੰ ਵੀ ਦੇ ਸਕਦੇ ਹਾਂ। ਜੇ ਸਾਨੂੰ ਇਹ ਭਰੋਸਾ ਹੈ ਹੀ ਨਹੀਂ ਕਿ ਅਸੀਂ ਵਿਸ਼ਵਾਸ ਕਰਦੇ ਹਾਂ, ਤਾਂ ਦੂਜਿਆਂ ਨੂੰ ਕਿਸ ਤਰ੍ਹਾਂ ਵਿਸ਼ਵਾਸ ਦੇ ਸਕਦੇ ਹਾਂ? ਜੇ ਸਾਨੂੰ ਪਤਾ ਹੀ ਨਹੀਂ ਕਿ ਸਾਡੇ ਕੋਲ ਵਿਸ਼ਵਾਸ ਹੈ, ਤਾਂ ਦੂਜਿਆਂ ਨੂੰ ਕਿਸ ਤਰ੍ਹਾਂ ਅਸੀਂ ਦੇ ਸਕਦੇ ਹਾਂ? ਮਾਂ-ਬਾਪ ਹੀ ਬੱਚਿਆਂ ਦੇ ਭਵਿੱਖ ਲਈ ਕੁਝ ਕਰ ਸਕਦੇ ਹਨ। ਸੋਚੋ, ਕਿੰਨੇ ਸਾਲ ਬੀਤ ਗਏ ਹਨ, ਬੱਚੇ ਪੈਦਾ ਹੋਏ, ਬੱਚਿਆਂ ਦੇ ਬੱਚੇ ਪੈਦਾ ਹੋ ਗਏ। ਤੁਸੀਂ ਕੀ ਵੇਖਿਆ? ਕਿ ਤੁਹਾਡੇ ਵਿਸ਼ਵਾਸ ਨੇ ਬੱਚਿਆਂ ਦੇ ਜੀਵਨ ਵਿੱਚ ਕੰਮ ਕੀਤਾ? ਕਿ ਤੁਹਾਡੇ ਵਿਸ਼ਵਾਸ ਵਿੱਚ ਪ੍ਰਤੀਤੀ ਹੈ, ਮਜ਼ਬੂਤੀ ਹੈ, ਪਵਿੱਤਰਤਾ ਹੈ ਅਤੇ ਆਤਮਿਕ ਭਰੋਸਾ ਹੈ? ਜੇ ਇਸ ਤਰ੍ਹਾਂ ਹੈ ਤਾਂ ਤੁਸੀਂ ਇਹ ਕੀਮਤੀ ਵਿਸ਼ਵਾਸ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਅਤੇ ਫਿਰ ਤੁਹਾਡੇ ਬੱਚੇ ਅੱਗੇ ਆਪਣੇ ਬੱਚਿਆਂ ਨੂੰ ਦੇ ਸਕਣਗੇ। ਨੰਬਰ 2, ਵਿਸ਼ਵਾਸ ਦੀ ਮਹੱਤਤਾ ਹੈ ਕਿ ਉਹ ਪੀੜ੍ਹੀ ਦਰ ਪੀੜ੍ਹੀ ਫੈਲਦਾ ਜਾਂਦਾ ਹੈ। ਭਾਗ ਊੜਾ, ਬੱਚਿਆਂ ਤੱਕ ਪਹੁੰਚਦਾ ਹੈ। ਸਾਡਾ ਵਿਸ਼ਵਾਸ ਦੂਜੀ ਪੀੜ੍ਹੀ ਤੱਕ ਜਾਂਦਾ ਹੈ। ਨਾ ਸਮਝਣ ਲਈ ਅਸੀਂ ਇੱਕ ਸਰਬ ਉੱਚ ਸ਼੍ਰੇਣੀ ਦਾ ਦ੍ਰਿਸ਼ਟਾਂਤ ਵੇਖਦੇ ਹਾਂ। ਪ੍ਰਚਾਰਕ D.L. ਮੁੰਡੀ ਇੱਕ ਕਿਤਾਬ ਵਿੱਚ ਇਸ ਤਰ੍ਹਾਂ ਲਿਖਦਾ ਹੈ। ਉਹ ਦੱਸਦਾ ਹੈ, 2 ਬਾਪ ਹਨ ਅਤੇ ਦੋਵਾਂ ਨੇ ਆਪਣੇ ਬੱਚਿਆਂ ਨੂੰ ਗੁਆ ਦਿੱਤਾ, ਪਰ ਇੱਕ ਨੇ ਦੂਜੇ ਨਾਲੋਂ ਜ਼ਿਆਦਾ ਗੁਆਇਆ। ਜਦ ਕਦੇ ਮੈਂ ਮਾਂ-ਬਾਪ ਦੀ ਗੱਲ ਕਰਦਾ ਹਾਂ ਤਾਂ ਦੋਨੋਂ ਪਿਤਾ ਮੇਰੇ ਸਾਹਮਣੇ ਆ ਜਾਂਦੇ ਹਨ। ਇੱਕ ਮਸੀਦੀ ਨਦੀ ਤੇ ਰਹਿੰਦਾ ਸੀ। ਉਹ ਇੱਕ ਮਹਾਨ ਦੌਲਤਮੰਦ ਆਦਮੀ ਸੀ। ਇੱਕ ਦਿਨ ਉਸ ਦੇ ਵੱਡੇ ਬੇਟਾ ਘਰ ਵਿੱਚ ਬੇਹੋਸ਼ ਹੋ ਗਿਆ। ਉਹਨੇ ਸਭ ਕੁਝ ਕੀਤਾ ਤਾਂ ਕਿ ਬਚ ਜਾਵੇ, ਪਰ ਸਭ ਕੁਝ ਵਿਅਰਥ ਹੋ ਗਿਆ। ਸਮੇਂ ਬੀਤਦਾ ਗਿਆ ਅਤੇ ਇੱਕ ਅਦਭੁਤ ਘਟਨਾ ਘਟੀ। ਉਹ ਹੋਸ਼ ਵਿੱਚ ਆ ਗਿਆ। ਮੇਰੇ ਪੁੱਤਰ,
ਪਿਤਾ ਨੇ ਹੌਲੀ ਜਿਹੀ ਫੁਸਫੁਸਾਹਟ ਕੀਤੀ, ਡਾਕਟਰ ਮੈਨੂੰ ਆਖਦਾ ਸੀ ਕਿ ਤੂੰ ਮਰ ਗਿਆ ਸੀ। ਬੱਚੇ ਨੇ ਆਖਿਆ, ਓ ਤੁਸੀਂ ਮੇਰੇ ਲਈ ਕਦੇ ਪ੍ਰਾਰਥਨਾ ਨਹੀਂ ਕੀਤੀ? ਪਿਤਾ ਜੀ, ਕੀ ਤੁਸੀਂ ਮੇਰੀ ਗੁਆਚੀ ਹੋਈ ਰੂਹ ਲਈ ਹੁਣ ਪ੍ਰਾਰਥਨਾ ਨਹੀਂ ਕਰ ਸਕਦੇ? ਪਿਤਾ ਰੋ ਪਿਆ। ਇਹ ਸੱਚ ਸੀ ਕਿ ਉਸਨੇ ਕਦੇ ਪ੍ਰਾਰਥਨਾ ਨਹੀਂ ਕੀਤੀ। ਉਹ ਪਰਮੇਸ਼ਰ ਲਈ ਅਜਨਬੀ ਸੀ ਅਤੇ ਥੋੜ੍ਹੀ ਦੇਰ ਵਿੱਚ ਉਹ ਆਤਮਾ ਜਿਸ ਲਈ ਪ੍ਰਾਰਥਨਾ ਨਹੀਂ ਹੋਈ ਸੀ, ਸਦਾ ਲਈ ਹਨੇਰੇ ਵਿੱਚ ਖੋ ਗਿਆ। ਹੁਣ ਪਿਤਾ ਆਖਦਾ ਹੈ ਕਿ ਮੈਂ ਆਪਣੀ ਸਾਰੀ ਦੌਲਤ ਉਸ ਨੂੰ ਦੇ ਦਿਆਂਗਾ ਜੇ ਕੋਈ ਮੇਰੇ ਬੱਚੇ ਨੂੰ ਵਾਪਸ ਕਰ ਦੇਵੇ। ਇਹ ਉਸ ਦੀ ਛੋਟੀ ਜਿਹੀ ਪ੍ਰਾਰਥਨਾ ਸੀ। ਇਸ ਦੇ ਉਲਟ ਦੂਸਰੇ ਪਿਤਾ ਨਾਲ ਕੀ ਹੋਇਆ? ਉਸ ਦਾ ਵੀ ਇੱਕ ਪਿਆਰਾ ਬੇਟਾ ਸੀ ਅਤੇ ਇੱਕ ਦਿਨ ਉਹ ਉਸ ਨੂੰ ਲੱਭਦਿਆਂ ਹੋਇਆ ਘਰ ਆਇਆ ਜੋ ਮਰਨ ਦੇ ਕਿਨਾਰੇ ਸੀ। ਉਸ ਦੀ ਪਤਨੀ ਰੋ ਰਹੀ ਸੀ ਅਤੇ ਉਸ ਨੇ ਆਖਿਆ, ਸਾਡਾ ਬੇਟਾ ਮਰ ਰਿਹਾ ਹੈ। ਮੈਂ ਚਾਹੁੰਦੀ ਹਾਂ ਤੂੰ ਅੰਦਰ ਜਾ ਅਤੇ ਉਸ ਨੂੰ ਵੇਖ ਲੈ। ਪਿਤਾ ਕਮਰੇ ਵਿੱਚ ਗਿਆ ਅਤੇ ਆਪਣਾ ਹੱਥ ਮਰਦੇ ਹੋਏ ਬੱਚੇ ਦੇ ਮੱਥੇ ਤੇ ਰੱਖਿਆ ਅਤੇ ਬੱਚਾ ਠੰਡਾ ਪੈ ਚੁੱਕਾ ਸੀ। ਉਸ ਦਾ ਠੰਡਾ ਹੱਥ ਉਸ ਦੀ ਮੌਤ ਨੂੰ ਵੇਖ ਰਿਹਾ ਸੀ। ਪਿਤਾ ਨੇ ਪੁੱਛਿਆ, ਮੇਰੇ ਪੁੱਤਰ, ਕੀ ਜਾਣਦਾ ਹੈ ਕਿ ਤੂੰ ਮਰ ਰਿਹਾ ਹੈ? ਕੀ ਇਹ ਮੌਤ ਹੈ? ਕੀ ਤੁਸੀਂ ਸੱਚਮੁੱਚ ਜਾਣਦੇ ਹੋ ਮੈਂ ਮਰ ਰਿਹਾ ਹਾਂ? ਮੇਰੇ ਪੁੱਤਰ, ਧਰਤੀ ਉੱਤੇ ਤੇਰਾ ਅੰਤ ਨਜ਼ਦੀਕ ਹੈ। ਪਿਤਾ ਜੀ, ਕੀ ਅੱਜ ਦੀ ਰਾਤ ਮੈਂ ਯਿਸੂ ਨਾਲ ਹੋਵਾਂਗਾ? ਹਾਂ, ਤੂੰ ਜਲਦੀ ਹੀ ਮੁਕਤੀਦਾਤਾ ਨਾਲ ਹੋਵੇਂਗਾ। ਪਿਤਾ ਜੀ, ਨਾ ਰੋਵੋ। ਜਿਸ ਤਰ੍ਹਾਂ ਹੀ ਮੈਂ ਉੱਥੇ ਜਾਵਾਂਗਾ, ਮੈਂ ਸਿੱਧਾ ਯਿਸੂ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ ਕਿ ਤੁਸੀਂ ਮੇਰੀ ਪੂਰੀ ਜ਼ਿੰਦਗੀ ਵਿੱਚ ਮੈਨੂੰ ਉਸ ਨਾਲ ਜੋੜਨ ਦਾ ਯਤਨ ਕਰਦੇ ਰਹੇ ਹੋ। ਇਹ ਸਾਡੀ ਇੱਕ ਮਹਾਨ ਖੁਸ਼ਕਿਸਮਤੀ ਹੁੰਦੀ ਹੈ। ਅਸੀਂ ਜੇ ਆਪਣੇ ਬੱਚਿਆਂ ਨੂੰ ਆਪਣੇ ਜੀਵਨ ਅਤੇ ਸਿੱਖਿਆ ਦੁਆਰਾ ਉਹਨਾਂ ਨੂੰ ਮਸੀਹ ਨਾਲ ਜੋੜ ਦਿੰਦੇ ਹਾਂ। ਆਪਣੀ ਪ੍ਰਾਰਥਨਾ ਦੇ ਦੁਆਰਾ ਅਸੀਂ ਆਪਣੇ ਬੱਚਿਆਂ ਦੇ ਦਿਲਾਂ ਵਿੱਚ ਮੁਕਤੀਦਾਤਾ ਦੀ ਰੋਸ਼ਨੀ ਨਾਲ ਭਰ ਦਿੰਦੇ ਹਾਂ। ਭਾਗ ਐੜਾ ਪੜੋਸੀ ਅਤੇ ਦੋਸਤਾਂ ਤੱਕ ਪਹੁੰਚ ਜਾਂਦਾ ਹੈ। ਪਰਮੇਸ਼ਰ ਕੇਵਲ ਇਹ ਹੀ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਘਰਾਂ ਨੂੰ ਆਪਣੇ ਬੱਚਿਆਂ ਦੀ ਅਗਵਾਈ ਕਰਨ ਲਈ ਹੀ ਇਸਤੇਮਾਲ ਕਰੀਏ, ਪਰ ਇਹ ਵੀ ਚਾਹੁੰਦਾ ਹੈ ਕਿ ਸ਼ੁਭ ਸੰਦੇਸ਼ ਤੁਹਾਡੇ ਪੜੋਸੀਆਂ ਅਤੇ ਦੋਸਤਾਂ ਤੱਕ ਪਹੁੰਚੇ ਜੋ ਉਸ ਨੂੰ ਨਹੀਂ ਜਾਣਦੇ, ਜਿਵੇਂ ਪਹਾੜ ਤੇ ਵਸੇ ਸ਼ਹਿਰ ਨੂੰ ਨਹੀਂ ਜਾਣਦੇ। ਜਦ ਵੇਖਣ ਵਾਲੇ ਘਰ ਦੀ ਛੱਤ ਹੇਠਾਂ ਰਹਿਣ ਵਾਲੇ ਲੋਕਾਂ ਵਿੱਚ ਕੁਝ ਅੰਤਰ ਵੇਖਦੇ ਹਨ ਤਾਂ ਉਹ ਇਹ ਜਾਣਨਾ ਚਾਹੁੰਦੇ ਹਨ ਕਿ ਇਹ ਕਿਸ ਤਰ੍ਹਾਂ ਹੋਇਆ ਅਤੇ ਇਸ ਤਰ੍ਹਾਂ ਪਰਮੇਸ਼ਰ ਦੀ ਮਹਿਮਾ ਦੂਰ ਦੂਰ ਤੱਕ ਫੈਲਦੀ ਹੈ। ਇਸ ਪਿੱਛੇ ਪਰਮੇਸ਼ਰ ਦਾ ਮਕਸਦ ਪਹਿਲਾ ਪਤਰਸ 3 ਅਧਿਆਇ 15 ਤੇ 16 ਵਚਨ ਇਸ ਤਰ੍ਹਾਂ ਬਿਆਨ ਕਰਦੇ ਹਨ। ਸਗੋਂ ਮਸੀਹ ਨੂੰ ਪ੍ਰਭੂ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ, ਪਰ ਨਰਮਾਈ ਅਤੇ ਭੈ ਨਾਲ ਅਤੇ ਆਤੰਕ ਕਰਨ ਦੇ ਸ਼ੁੱਧ ਰੱਖੋ। ਭਾਈ ਉਹ ਜਿਹੜੇ ਤੁਹਾਡੀ ਸ਼ੁਭ ਚਾਲ ਨੂੰ ਜੋ ਮਸੀਹ ਵਿੱਚ ਹੈ ਮੰਦਾ ਆਖਦੇ ਹਨ, ਸੋ ਜਿਸ ਗੱਲ ਵਿੱਚ ਉਹ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਲੱਜਿਆਵਾਨ ਹੋਣ। ਧਿਆਨ ਦਿਓ, ਪਤਰਸ ਸਾਨੂੰ ਸਲਾਹ ਦੇਣ ਲਈ ਆਪਣੀ ਚੇਤਾਵਨੀ ਦੀ ਸ਼ੁਰੂਆਤ ਇਸ ਤਰ੍ਹਾਂ ਕਰਦਾ ਹੈ, ਮਸੀਹ ਨੂੰ ਪ੍ਰਭੂ ਕਰਕੇ। ਮੈਂ ਇਸ ਤਰ੍ਹਾਂ ਸੋਚਦਾ ਹਾਂ ਕਿ ਇਹ ਇੱਕ ਪਨਾਹਗਾਹ ਇਮਾਰਤ ਹੈ ਜੋ ਸਾਡੇ ਦਿਲ ਵਿੱਚ ਹੈ, ਜਿਸ ਦੀ ਗੱਦੀ ਉੱਤੇ ਯਿਸੂ ਮਸੀਹ ਬੈਠਾ ਹੈ ਅਤੇ ਉਹ ਜਾਣਦਾ ਹੈ ਕਿ ਅਸੀਂ ਕਦੇ ਵੀ ਪਿੱਛੇ ਹਟ ਸਕਦੇ ਹਾਂ ਜਾਂ ਨਹੀਂ। ਭਾਵੇਂ ਕਿੰਨੇ ਵੀ ਭਿਅੰਕਰ ਤੂਫਾਨ ਆਉਣ, ਉਹ ਸਾਡੇ ਅੰਦਰ ਦੀ ਆਸ਼ਾ ਨੂੰ ਜਾਣਦਾ ਹੈ। ਉਹ ਪੂਰੀ ਤਰ੍ਹਾਂ ਸਾਨੂੰ ਕਾਬੂ ਵਿੱਚ ਰੱਖ ਸਕਦਾ ਹੈ। ਮੈਂ ਦੱਸਦਾ ਹਾਂ, ਪਤਰਸ ਇੰਜ ਨਹੀਂ ਆਖਦਾ ਕਿ ਆਪਣੇ ਵਿਸ਼ਵਾਸ ਦੇ ਬਾਰੇ ਉਹਨਾਂ ਨੂੰ ਦੱਸੋ, ਪਰ ਆਪਣੀ ਆਸ ਦੇ ਬਾਰੇ ਜੋ ਤੁਹਾਡੇ ਅੰਦਰ ਹੈ ਉਹਨਾਂ ਨੂੰ ਦੱਸੋ। ਤੁਹਾਡੀ ਆਸ਼ਾ ਹੀ ਲੋਕਾਂ ਸਾਹਮਣੇ ਚਮਕਦੀ ਹੈ। ਜਦ ਤੁਸੀਂ ਦੁੱਖ ਵਿੱਚ ਹੁੰਦੇ ਹੋ, ਆਸ ਇੱਕ ਅੰਦਰੂਨੀ ਸ਼ਕਤੀ ਹੈ ਜੋ ਅੰਦਰ ਚਮਕਦੀ ਹੈ। ਜਦ ਸਾਡੇ ਉੱਪਰ ਕੋਈ ਦਬਾਅ ਹੁੰਦਾ ਹੈ, ਆਸਾਂ ਹੀ ਸਾਡੇ ਜੀਵਨ ਦੀ ਸ਼ਕਤੀ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਨਹੀਂ ਸਮਝ ਪਾਉਂਦੇ। ਵਿਕਟਰ ਇੱਕ ਮਨੋਵਿਗਿਆਨਕ ਸੀ ਜਿਸ ਨੇ ਕਈ ਸਾਲ ਮੌਤ ਦੇ ਕੈਂਪ ਵਿੱਚ ਗੁਜ਼ਾਰੇ ਅਤੇ ਉਸ ਨੇ ਆਸ਼ਾ ਦੇ ਬਾਰੇ ਇਸ ਤਰ੍ਹਾਂ ਲਿਖਿਆ, ਇਸ ਮੌਤ ਦੇ ਕੈਂਪ ਵਿੱਚ ਕਿਸੇ ਇਨਸਾਨ ਦੀ ਅੰਦਰੂਨੀ ਸ਼ਕਤੀ ਨੂੰ ਬਚਾਉਣ ਦਾ ਇਹ ਤਰੀਕਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਸ ਗੱਲ ਵਿੱਚ ਸਫਲ ਹੋ ਜਾਈਏ ਕਿ ਉਹ ਆਪਣੇ ਭਵਿੱਖ ਦੇ ਮਕਸਦ ਨੂੰ ਸਮਝ ਸਕੇ। ਜੋ ਸੋਚ ਰਿਹਾ ਹੈ, ਕਿਉਂ ਜੀਣਾ ਹੈ, ਉਹ ਸਮਝ ਸਕੇ ਕਿਸ ਲਈ ਜਿਉਣਾ ਹੈ। ਜਦੋਂ ਵੀ ਇਸ ਤਰ੍ਹਾਂ ਦਾ ਮੌਕਾ ਮਿਲਦਾ ਸੀ, ਮੈਂ ਉਸ ਨੂੰ ਕਿਉਂ ਤੋਂ ਹਟਾ ਕੇ ਕਿਸ ਤਰ੍ਹਾਂ ਕਿਸ ਲਈ ਦੀ ਸੋਚ ਵਿੱਚ ਲਿਆਉਂਦਾ ਸੀ। ਦੁੱਖ ਦੀ ਗੱਲ ਤਾਂ ਇਹ ਹੈ, ਜਦ ਮੈਂ ਕਿਸੇ ਦੇ ਜੀਵਨ ਵਿੱਚ ਨਾ ਕੋਈ ਮਕਸਦ ਨਾ ਕੋਈ ਆਸ਼ਾ ਹੁੰਦੀ ਹੈ, ਤਦ ਜਿਉਣ ਦਾ ਜੀਵਨ ਜੋ ਹੈ ਤਮੰਨਾ ਖਤਮ ਹੋ ਜਾਂਦੀ ਹੈ। ਦੁੱਖ ਫਿਰ ਦੁੱਖ ਨਹੀਂ ਰਹਿੰਦਾ ਜਦ ਇਸ ਦਾ ਅਰਥ ਸਮਝ ਜਾਂਦੇ ਹਾਂ। ਅਸੀਂ ਹਰੇਕ ਚੀਜ਼ ਤੋਂ ਪਾਰ ਲੰਘ ਸਕਦੇ ਹਾਂ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨੀ ਮੁਸ਼ਕਿਲ ਜਾਂ ਕਠੋਰ ਹੈ। ਜੇ ਅਸੀਂ ਆਪਣਾ ਮਕਸਦ, ਆਪਣੇ ਭਵਿੱਖ ਅਤੇ ਆਪਣੀ ਆਸ਼ਾ ਨੂੰ ਜਾਣ ਜਾਈਏ। ਆਸਾਂ ਨੂੰ ਖਤਮ ਕਰਨ ਦਾ ਨਤੀਜਾ ਹੁੰਦਾ ਹੈ ਜੀਵਨ ਜਿਉਣ ਦੀ ਇੱਛਾ ਨੂੰ ਖਤਮ ਕਰ ਦੇਣਾ।
ਜਦ ਲੋਕਾਂ ਦੀ ਆਸ਼ਾ ਮਰ ਜਾਂਦੀ ਹੈ ਤਾਂ ਇਸ ਦਾ ਨਤੀਜਾ ਹੁੰਦਾ ਹੈ ਪੁੱਲ ਤੋਂ ਛਲਾਂਗ ਲਗਾ ਦੇਣਾ, ਦਿਮਾਗ ਨੂੰ ਬਾਹਰ ਕੱਢ ਦੇਣਾ, ਜ਼ਰੂਰਤ ਤੋਂ ਵੱਧ ਦਵਾਈ ਲੈ ਲੈਣਾ, ਇਸ ਤਰ੍ਹਾਂ ਜੀਵਨ ਨੂੰ ਖਤਮ ਕਰ ਦੇਣਾ। ਪਰ ਜੇ ਸਾਡੇ ਅੰਦਰ ਆਸ਼ਾ ਹੁੰਦੀ ਹੈ ਤਾਂ ਇਹ ਸਾਨੂੰ ਮੁਸੀਬਤਾਂ ਵਿੱਚੋਂ ਪਾਰ ਲੈ ਜਾਂਦੀ ਹੈ। ਪਤਰਸ ਆਖਦਾ ਹੈ, ਜਦ ਇੱਕ ਵੱਡੀ ਭੀੜ ਸਾਡੇ ਅੰਦਰ ਇਸ ਆਸ਼ਾ ਨੂੰ ਵੇਖਦੀ ਹੈ ਤਾਂ ਉਹ ਸਾਡੇ ਕੋਲ ਆਏਗੀ ਅਤੇ ਪੁੱਛੇਗੀ, ਇੰਨੀ ਵੱਡੀ ਮੁਸੀਬਤ ਆਉਣ ਦੇ ਬਾਅਦ ਵੀ ਤੁਸੀਂ ਨਿਰਾਸ਼ ਨਜ਼ਰ ਨਹੀਂ ਆਉਂਦੇ? ਤੁਸੀਂ ਇੰਨੇ ਅਸਵਾਨ ਕਿਉਂ ਹੋ? ਮੈਂ ਜਾਣਦਾ ਹਾਂ ਤੁਸੀਂ ਪਰੇਸ਼ਾਨੀ ਦੇ ਸਮੇਂ ਗੁਜ਼ਰ ਰਹੇ ਹੋ, ਪਰ ਤੁਹਾਡੇ ਚਿਹਰੇ ਤੇ ਖੁਸ਼ੀ ਝਲਕ ਰਹੀ ਹੈ ਅਤੇ ਮਨ ਵਿੱਚ ਸ਼ਕਤੀ ਨਜ਼ਰ ਆਉਂਦੀ ਹੈ। ਸੁਣੋ, ਮੈਂ ਕਦੇ ਵੀ ਤੁਹਾਡੇ ਵਿਅਕਤੀ ਨੂੰ ਨਹੀਂ ਵੇਖਿਆ। ਇਹ ਸਭ ਕੁਝ ਇਸ ਤਰ੍ਹਾਂ ਕਿਉਂ ਹੈ? ਜਦ ਇਸ ਤਰ੍ਹਾਂ ਹੁੰਦਾ ਹੈ, ਪਤਰਸ ਆਖਦਾ ਹੈ, ਉਹਨਾਂ ਨੂੰ ਉੱਤਰ ਦੇਣ ਲਈ ਤਿਆਰ ਰਹੋ। ਸਾਨੂੰ ਜ਼ਰੂਰਤ ਹੈ ਕਿ ਅਸੀਂ ਇਸ ਯੋਗ ਹੋਈਏ ਕਿ ਆਪਣੀ ਆਸ਼ਾ ਦਾ ਸਹੀ ਤਰੀਕੇ ਨਾਲ ਸਪਸ਼ਟੀਕਰਨ ਦੇ ਸਕੀਏ। ਅਤੇ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਝੂਠ ਬੋਲ ਕੇ ਨਹੀਂ। ਕਹਿਣ ਦਾ ਮਤਲਬ ਇਹ ਹੈ ਕਿ ਉਹ ਇਹ ਨਾ ਵੇਖਣ ਕਿ ਅਸੀਂ ਕਿੰਨੀ ਚਤਰਾਈ ਦੇ ਨਾਲ ਆਪਣੇ ਵਿਸ਼ਵਾਸ ਦਾ ਬਚਾਓ ਕਰ ਰਹੇ ਹਾਂ। ਸਾਨੂੰ ਆਪਣੀ ਆਸ਼ਾ ਦੇ ਕਾਰਨ ਉਹਨਾਂ ਨੂੰ ਦੱਸਣਾ ਹੈ, ਬੜੀ ਦੀਨਤਾ ਨਾਲ ਅਤੇ ਡਰਦੇ ਹੋਏ ਅਤੇ ਆਤੰਕਨ ਸ਼ੁੱਧ ਭਾਵ ਨਾਲ। ਦੀਨਤਾ ਇੱਕ ਸ਼ਕਤੀ ਹੈ ਜੋ ਸਾਡੇ ਕਾਬੂ ਵਿੱਚ ਹੈ। ਇਸ ਦੀ ਤਾਕਤ ਨਜ਼ਰ ਆਉਂਦੀ ਹੈ ਜਦ ਕੋਈ ਸਾਨੂੰ ਪੁੱਛਦਾ ਹੈ ਕਿ ਤੁਸੀਂ ਇਸ ਰਾਸਤੇ ਤੇ ਕਿਉਂ ਹੋ। ਸਹੀ ਤਰੀਕੇ ਨਾਲ ਅਤੇ ਆਤਮਾ ਦੀ ਆਵਾਜ਼ ਨਾਲ ਉੱਤਰ ਦੇਣਾ ਹੈ, ਇਸ ਇੱਛਾ ਨਾਲ ਨਹੀਂ ਕਿ ਮੈਂ ਉਸ ਦੀ ਗੱਲ ਉੱਤੇ ਜਿੱਤ ਪਾਉਣੀ ਹੈ, ਪਰ ਇਸ ਇੱਛਾ ਨਾਲ ਕਿ ਉਸ ਦੀ ਆਤਮਾ ਉੱਤੇ ਜਿੱਤ ਪਾਉਣੀ ਹੈ। ਅਸੀਂ ਆਪਣਾ ਉੱਤਰ ਬੜੀ ਨਰਮਾਈ, ਸ਼ਰਧਾ ਅਤੇ ਸੁੱਧ ਬੁੱਧੀ ਨਾਲ ਦੇਣਾ ਹੈ। ਅਤੇ ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ, ਜਦ ਅਸੀਂ ਜਾਣਦੇ ਹੋਏ ਚੱਲਦੇ ਹਾਂ ਕਿ ਅਸੀਂ ਪ੍ਰਭੂ ਨਾਲ ਚੱਲ ਰਹੇ ਹਾਂ, ਤਾਂ ਅਸੀਂ ਇਹੋ ਜਿਹੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੁੰਦੇ ਹਾਂ। ਜਦ ਸਾਡੇ ਕੋਲ ਨਮਰਤਾ ਦਾ ਆਤਮਾ, ਪਰਮੇਸ਼ਰ ਦੇ ਵਚਨ ਦੀ ਸੱਚਾਈ ਅਤੇ ਸਾਫ਼ ਸੁਥਰਾ ਜੀਵਨ, ਤਾਂ ਅਸੀਂ ਪਰਮੇਸ਼ਰ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੁੰਦੇ ਹਾਂ। ਤਦ ਕੋਈ ਐਸੀ ਸ਼ਕਤੀ ਨਹੀਂ ਜੋ ਸਾਨੂੰ ਪਰਮੇਸ਼ਰ ਲਈ ਜੁਦਾ ਕਰਨ ਲਈ ਹਰਾ ਸਕੇ। ਜੋਏ ਐਲਰਿਕ, ਜੋ ਇੱਕ ਬਾਈਬਲ ਕਾਲਜ ਵਿੱਚ ਪ੍ਰੈਜ਼ੀਡੈਂਟ ਸੀ, ਉਸਨੇ ਇਸ ਸਿਧਾਂਤ ਦੀ ਸੱਚਾਈ ਨੂੰ ਦਿਲ ਦੀ ਗਹਿਰਾਈ ਨਾਲ ਸੰਬੰਧਿਤ ਕੀਤਾ। ਆਪਣੀ ਇੱਕ ਕਿਤਾਬ ਵਿੱਚ ਇੱਕ ਪੁਰਾਣੇ ਗੁਆਚੇ ਹੋਏ ਪੜੋਸੀ ਦੇ ਨਾਲ ਸਾਹਮਣਾ ਕਰਨ ਦਾ ਵਰਣਨ ਕਰਦਾ ਹੈ। ਮੈਂ ਜੋਤਨਾ, ਬੋਣਾ ਅਤੇ ਵੱਢਣਾ ਉੱਤੇ ਬੋਲ ਰਿਹਾ ਹਾਂ। ਪ੍ਰਚਾਰ ਦੇ 3 ਪਹਿਲੂ। ਸੇਵਕਾਈ ਦੇ ਬਾਅਦ ਇੱਕ ਜਵਾਨ ਔਰਤ ਮੇਰੇ ਵੱਲ ਆਈ ਅਤੇ ਪੁੱਛਦੀ ਹੈ, ਜੋਏ, ਕੀ ਤੁਹਾਨੂੰ ਯਾਦ ਹੈ ਮੈਂ ਕੌਣ ਹਾਂ? ਮੈਨੂੰ ਯਾਦ ਨਹੀਂ, ਮੈਂ ਸੱਚ ਬੋਲਿਆ। ਅੱਛਾ, ਮੈਂ ਤੇਰੇ ਬੇਟੇ ਨੂੰ ਸੰਭਾਲਦੀ ਸੀ। ਹਾਂ, ਯਾਦ ਆਇਆ, ਪਰ ਇਹ 10 ਸਾਲ ਪੁਰਾਣੀ ਗੱਲ ਹੈ। ਉਸਨੇ ਕਿਸ ਤਰ੍ਹਾਂ ਸੋਚਿਆ ਕਿ ਮੈਨੂੰ ਯਾਦ ਹੋਏਗਾ? ਮੈਂ ਚਾਹੁੰਦੀ ਹਾਂ ਕਿ ਤੂੰ ਜਾਣ ਸਕੇ, 2 ਸਾਲ ਪਹਿਲਾਂ ਮੇਰੇ ਨਾਲ ਮਸੀਹ ਦੇ ਬਾਰੇ ਗੱਲਬਾਤ ਕੀਤੀ ਸੀ ਅਤੇ ਮੈਂ ਇੱਕ ਵਿਸ਼ਵਾਸੀ ਬਣ ਗਈ। ਪਰ ਮਸੀਹ ਤੇ ਵਿਸ਼ਵਾਸ ਕਰਨ ਦਾ ਕਾਰਨ ਇਹ ਸੀ ਜੋ ਮੈਂ 10 ਜਾਂ 15 ਸਾਲ ਪਹਿਲਾਂ ਵੇਖਿਆ। ਤੂੰ 10 ਸਾਲ ਪਹਿਲਾਂ ਕੀ ਵੇਖਿਆ? ਹਾਂ, ਜਦ ਮੈਂ ਤੁਹਾਡੇ ਘਰ ਤੋਂ ਆਪਣੇ ਘਰ ਹਰੀ ਹਰੀ ਘਾਹ ਦੀ ਪੱਟੀ ਉੱਤੇ ਚੱਲ ਕੇ ਜਾਇਆ ਕਰਦੀ ਸਾਂ, ਤਾਂ ਇਸ ਤਰ੍ਹਾਂ ਮਹਿਸੂਸ ਕਰਦੀ ਸੀ ਜਿਵੇਂ ਹਨੇਰੇ ਤੋਂ ਰੋਸ਼ਨੀ ਵਿੱਚ ਜਾ ਰਹੀ ਹਾਂ। ਮੈਂ ਦੱਸ ਨਹੀਂ ਸਕਦੀ ਤੇਰਾ ਘਰ ਅਤੇ ਪਰਿਵਾਰ ਮੇਰੇ ਤੋਂ ਅਲੱਗ ਕਿਉਂ ਹੈ। ਤੂੰ ਨਾਸਮਝ ਹੈ? ਮੈਂ ਆਖਿਆ, ਨਹੀਂ, ਮੈਂ ਦਿਲ ਨਾਲ ਸੱਚ ਕਹਿ ਰਹੀ ਹਾਂ। ਜਿਸ ਤਰ੍ਹਾਂ ਹੀ ਮੈਂ ਤੇਰੇ ਬੱਚਿਆਂ ਨੂੰ ਬਿਸਤਰ ਤੇ ਲਿਟਾ ਕੇ ਵਾਪਸ ਜਾਂਦੀ ਸੀ, ਤਾਂ ਇੰਜ ਮਹਿਸੂਸ ਕਰਦੀ ਸੀ ਜਿਵੇਂ ਗੰਦੀ ਛੋਟੀ ਕੋਠਰੀ ਵਿੱਚ ਜਾ ਰਹੀ ਹਾਂ। ਜਦ ਮੈਂ ਆਪਣੇ ਘਰ ਜਾਣ ਲਈ ਤੇਰੇ ਘਰ ਛੱਡਦੀ ਸੀ, ਤਾਂ ਇੰਜ ਲੱਗਦਾ ਸੀ ਜਿਸ ਤਰ੍ਹਾਂ ਮੈਂ ਰੌਸ਼ਨੀ ਤੋਂ ਹਨੇਰੇ ਵਿੱਚ ਜਾ ਰਹੀ ਹਾਂ। ਤਦ ਉਸਨੇ ਇੱਕ ਸੂਝ-ਬੂਝ ਵਾਲਾ ਪ੍ਰਸ਼ਨ ਪੁੱਛਿਆ, ਕੀ ਇਹ ਇਸ ਲਈ ਹੈ ਕਿ ਤੂੰ ਮੇਰੇ ਡੈਡੀ ਦੀ ਕਾਰ ਨੂੰ ਪਾਲਿਸ਼ ਕਰਦਾ ਹੁੰਦਾ ਸੀ? ਉਸਦਾ ਡੈਡੀ ਮੋਟਰ ਗੱਡੀਆਂ ਨੂੰ ਪਿਆਰ ਕਰਦਾ ਸੀ, ਪਰ ਆਪਣੇ ਦਿਲ ਦੀ ਹਾਲਤ ਦੇ ਕਾਰਨ ਉਹਨਾਂ ਦੀ ਚੰਗੀ ਤਰ੍ਹਾਂ ਰੱਖ ਰਖਾਅ ਨਹੀਂ ਕਰ ਸਕਦਾ ਸੀ। ਮੈਂ ਸਿੱਖ ਲਿਆ, ਜੇ ਤੁਸੀਂ ਉਹ ਚੀਜ਼ਾਂ ਨੂੰ ਪਿਆਰ ਕਰੋ ਜਿਸ ਨੂੰ ਕੋਈ ਹੋਰ ਪਿਆਰ ਕਰਦਾ ਹੈ, ਤੁਹਾਨੂੰ ਵੀ ਪਿਆਰ ਕੀਤਾ ਜਾਵੇਗਾ। ਉੱਥੇ ਵੀ ਇਸ ਤਰ੍ਹਾਂ ਹੋਇਆ ਸੀ। ਮੈਂ ਉਸਦੇ ਡੈਡੀ ਨੂੰ ਆਖਿਆ ਸੀ ਕਿ ਉਹ ਮੈਨੂੰ ਕਾਰ ਦੀ ਚਾਬੀ ਦੇਵੇ, ਤਦ ਮੈਂ ਤੇਰੀ ਕਾਰ ਨੂੰ ਧੋ ਕੇ ਸਾਫ਼ ਕਰ ਸਕਾਂ। ਉਸਨੇ ਮੈਨੂੰ ਬੈਠਣ ਵਾਸਤੇ ਕੁਰਸੀ ਦਿੱਤੀ ਅਤੇ ਅਸੀਂ ਗੱਲਾਂ ਤੇ ਗੱਲਾਂ ਕਰਦੇ ਰਹੇ। ਆਤਮਿਕ ਗੱਲਾਂ ਨਹੀਂ, ਉਹ ਇਹਨਾਂ ਲਈ ਤਿਆਰ ਨਹੀਂ ਸੀ। ਉਸ ਦਾ ਪਰਿਵਾਰ ਮੇਰੇ ਪੜੋਸੀ ਸੀ ਅਤੇ ਅਸੀਂ ਕਈ ਕੰਮ ਵਿੱਚ ਇਕੱਠੇ ਹੀ ਹੋ ਕੇ ਰਹਿੰਦੇ ਸੀ। ਮੈਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸ਼ੁਭ ਸੰਦੇਸ਼ ਉਸ ਘਰ ਵਿੱਚ ਆਪਸੀ ਸੰਬੰਧਾਂ ਦੇ ਦੁਆਰਾ ਪਹੁੰਚ ਚੁੱਕਾ ਸੀ। ਇਸ ਦੀ ਸ਼ੁਰੂਆਤ ਮੇਰੇ ਦੁਆਰਾ ਉਹਨਾਂ ਦੀ ਕਾਰ ਪਾਲਿਸ਼ ਕਰਨ ਕਰਕੇ ਹੋਈ।
ਉਹਨਾਂ ਦੇ ਕੰਨਾਂ ਨੇ ਮੇਰੀ ਆਵਾਜ਼ ਸੁਣੀ। ਮੇਰੀ ਪ੍ਰਾਰਥਨਾ ਹੁੰਦੀ ਹੈ ਕਿ ਹਰੇਕ ਕੋਈ ਬਚਾਇਆ ਜਾਏ। ਆਪਣੇ ਘਰ ਰਹਿੰਦਿਆਂ ਹੋਇਆਂ ਇਸ ਤਰ੍ਹਾਂ ਆਪਣੇ ਆਲੇ-ਦੁਆਲੇ ਰਹਿਣ ਵਾਲੇ ਪਰਿਵਾਰਾਂ ਅਤੇ ਦੋਸਤਾਂ ਵਿੱਚ ਇੱਕ ਸੰਬੰਧ ਪੈਦਾ ਕਰਦਾ ਹਾਂ, ਤਦ ਹੀ ਅਸੀਂ ਇੱਕ ਅਸਰ ਪਾਉਣ ਵਾਲਾ ਸ਼ੁਭ ਸੰਦੇਸ਼ ਆਪਣੇ ਸੰਬੰਧਾਂ ਦੇ ਦੁਆਰਾ ਉਹਨਾਂ ਤੱਕ ਪਹੁੰਚਾ ਸਕਦੇ ਹਾਂ। ਦੂਸਰੇ ਸੰਬੰਧਾਂ ਵਿੱਚ ਤੁਹਾਡੇ ਘਰ ਦੂਸਰੇ ਘਰ ਨੂੰ ਮਸੀਹ ਵਿੱਚ ਲਿਆਉਣ ਲਈ ਇੱਕ ਅਸਰਦਾਰ ਭੂਮਿਕਾ ਨਿਭਾ ਸਕਦਾ ਹੈ। ਜੋ ਇਸ ਅਧਿਆਇ ਦਾ ਅੰਤ ਇਹ ਕਰਕੇ ਕਰਦਾ ਹੈ, ਦਿਆਲਤਾ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਇੱਕ ਪੁਰਾਣੀ ਕਹਾਵਤ ਹੈ ਜੋ ਕੰਮ ਕਰਦੀ ਹੈ। ਪ੍ਰਚਾਰ ਘਰ ਤੋਂ ਹੀ ਸ਼ੁਰੂ ਹੁੰਦਾ ਹੈ, ਖਾਸ ਕਰਕੇ ਆਪਣੇ ਪੜੋਸੀਆਂ ਦੇ ਘਰ ਤੋਂ। ਸਾਨੂੰ ਚਾਹੀਦਾ ਹੈ ਕਿ ਘਰੋਂ ਬਾਹਰ ਨਿਕਲ ਕੇ ਦੂਜਿਆਂ ਦੇ ਦੋਸਤ ਬਣੀਏ, ਆਲੇ ਦੁਆਲੇ ਦੇ ਕਲੱਬ ਵਗੈਰਾ ਵਿੱਚ ਭਾਗ ਲਈਏ। ਇਸ ਤਰ੍ਹਾਂ ਕਰਦੇ ਹੋਏ ਅਸੀਂ ਸ਼ੁਭ ਸੰਦੇਸ਼ ਨੂੰ ਆਪਣੇ ਪੜੋਸੀਆਂ ਅਤੇ ਦੋਸਤਾਂ ਤੱਕ ਪਹੁੰਚਾ ਸਕਦੇ ਹਾਂ। ਪਰਮੇਸ਼ਰ ਸਾਡੇ ਘਰ ਅਤੇ ਪਰਿਵਾਰ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਤਾਂ ਕਿ ਸੰਦੇਸ਼ ਦੂਜਿਆਂ ਤੱਕ ਪਹੁੰਚ ਸਕੇ। ਪਰਿਵਾਰ ਦਾ ਅਰਥ ਇਹ ਨਹੀਂ ਕਿ ਕੇਵਲ ਮੰਮੀ ਅਤੇ ਡੈਡੀ, ਸਾਡੇ ਬੱਚੇ ਵੀ ਪਰਮੇਸ਼ਰ ਦੇ ਕੋਲ ਆਪਣੇ ਦੋਸਤਾਂ ਨੂੰ ਲਿਆ ਸਕਦੇ ਹਨ। ਬਾਈਬਲ ਸਾਡੇ ਸਮੂਹਿਕ ਕੰਮਾਂ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ, ਲਿਆਉਣ ਵਾਲਾ ਅਤੇ ਸਿੰਜਣ ਵਾਲਾ ਦੋਵੇਂ ਇੱਕ ਹਨ। ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪੋ ਆਪਣਾ ਫਲ ਪਾਉਣਗੇ। 1 ਕਰੰਥੀਆਂ 3:8। ਪਰਮੇਸ਼ਰ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕਰਦਾ ਹੈ, ਪਰ ਅਸੀਂ ਇਹ ਕੰਮ ਨੇਕ ਨੀਤੀ ਨਾਲ ਕਰਦੇ ਹਾਂ। 1 ਤਸਨੀਲਕੀਆਂ 4:5 ਦੱਸਦਾ ਹੈ, ਨੇਕ ਕਾਮ ਦੀ ਵਾਸ਼ਨਾ ਨਾਲ ਪਰਾਈਆਂ ਕੌਮਾਂ ਵਾਂਗੂ ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਨਹੀਂ। ਜਦ ਮਸੀਹ ਲੋਕ ਰਲੀ ਮਿਲੀ ਜ਼ਿੰਦਗੀ ਜਿਉਂਦੇ ਹਨ ਤਾਂ ਉਹ ਸੰਸਾਰ ਦੀ ਤਰ੍ਹਾਂ ਹੀ ਜੀ ਰਹੇ ਹੁੰਦੇ ਹਨ, ਜਿਸ ਵਿੱਚੋਂ ਕੱਢ ਕੇ ਉਹਨਾਂ ਨੂੰ ਬੁਲਾਇਆ ਗਿਆ ਸੀ। ਨਾਸਤਿਕ ਲੋਕ ਉੱਚ ਦਰਜੇ ਦੇ ਭਗਤ ਬਣੇ ਰਹਿਣਾ ਕਿਉਂ ਚਾਹੁੰਦੇ ਹਨ? ਉਹ ਪਰਮੇਸ਼ਰ ਨੂੰ ਨਹੀਂ ਜਾਣਦੇ, ਪਰ ਅਸੀਂ ਜਾਣਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਉਹਨਾਂ ਤੋਂ ਅਲੱਗ ਰਹਿਣਾ ਚਾਹੀਦਾ ਹੈ। ਕੁਝ ਸਾਲ ਪਹਿਲਾਂ ਇੱਕ ਜਵਾਨ ਹੁੰਦੀ ਬੱਚੀ ਨੂੰ ਉਸਦੇ ਦੋਸਤ ਉਸ ਨੂੰ ਇਸ ਲਈ ਤੰਗ ਕਰਦੇ ਸੀ ਕਿਉਂਕਿ ਉਹ ਉਹਨਾਂ ਦੇ ਸਮੂਹ ਵਿੱਚ ਇਕੱਲੀ ਕੁਆਰੀ ਸੀ। ਜਦ ਵੀ ਉਹ ਕਿਸੇ ਪਾਰਟੀ ਵਿੱਚ ਦੋਸਤਾਂ ਨਾਲ ਇਕੱਠਾ ਹੁੰਦੀ ਸੀ ਤਾਂ ਉਹ ਉਸ ਨੂੰ ਪੁੱਛਦੇ ਸੀ ਕਿ ਉਹ ਹੁਣ ਤੱਕ ਉਹਨਾਂ ਵਰਗੀ ਬਣੀ ਹੈ ਜਾਂ ਨਹੀਂ। ਲੜਕੀ ਇੱਕ ਮਸੀਹੀ ਅਤੇ ਆਓ ਵੇਖੀਏ ਕਿ ਉਹ ਕਿਸ ਤਰ੍ਹਾਂ ਜਵਾਬ ਦਿੰਦੀ ਹੈ। ਅੰਤ ਵਿੱਚ ਇੱਕ ਦਿਨ ਉਸ ਨੇ ਇਹ ਜਵਾਬ ਦੇ ਕੇ ਉਹਨਾਂ ਦੇ ਮੂੰਹ ਬੰਦ ਕਰ ਦਿੱਤੇ, ਕਿਸੇ ਵੀ ਵਕਤ ਜਦ ਮੈਂ ਚਾਹਾਂਗੀ ਤੁਹਾਡੇ ਵਰਗੀ ਹੋ ਸਕਦੀ ਹਾਂ। ਉਸ ਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਕਦੇ ਵੀ ਹੁਣ ਮੇਰੇ ਵਰਗੇ ਨਹੀਂ ਹੋ ਸਕਦੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਬੱਚੇ ਸਾਡੇ ਬੱਚਿਆਂ ਦਾ ਮਖੌਲ ਉਡਾਉਣਗੇ ਕਿ ਉਹ ਸ਼ਾਦੀ ਤੱਕ ਪਵਿੱਤਰ ਰਹਿਣਾ ਚਾਹੁੰਦੇ ਹਨ। ਉਹ ਹੈਰਾਨ ਹੁੰਦੇ ਹਨ ਸਾਡੇ ਬੱਚਿਆਂ ਦੇ ਪੱਕੇ ਇਰਾਦੇ ਤੇ। ਉਹ ਸੋਚਦੇ ਹਨ, ਇਹਨਾਂ ਕੋਲ ਕੀ ਹੈ ਜੋ ਸਾਡੇ ਕੋਲ ਨਹੀਂ? ਇਸ ਦਾ ਉੱਤਰ ਹੈ, ਯਿਸੂ ਇੱਕ ਨਾ ਇੱਕ ਦਿਨ ਕੁਝ ਲੋਕ ਸਵਰਗ ਵਿੱਚ ਇਸ ਲਈ ਜਾਣਗੇ ਕਿਉਂਕਿ ਉਹਨਾਂ ਦਾ ਕੋਈ ਇੱਕ ਮਸੀਹ ਦੋਸਤ ਸੀ ਜਿਸ ਦੇ ਕਾਰਨ ਉਹ ਹਰ ਹਾਲਤ ਵਿੱਚ ਆਪਣੀ ਕਾਮ ਵਾਸ਼ਨਾ ਵਿੱਚ ਪਵਿੱਤਰ ਬਣੇ ਰਹੇ। ਪਰਮੇਸ਼ਰ ਚਾਹੁੰਦਾ ਹੈ ਕਿ ਉਹ ਸਾਡੇ ਪਰਿਵਾਰ ਨੂੰ ਇਸਤੇਮਾਲ ਕਰੇ ਤਾਂ ਕਿ ਅਸੀਂ ਦੂਜਿਆਂ ਨੂੰ ਪਰਮੇਸ਼ਰ ਦੇ ਪਰਿਵਾਰ ਵਿੱਚ ਸ਼ਾਮਲ ਕਰ ਸਕੀਏ। ਉਹ ਕਿਸੇ ਨੂੰ ਵੀ ਅਦਭੁਤ ਤਰੀਕੇ ਨਾਲ ਇਸਤੇਮਾਲ ਕਰ ਸਕਦਾ ਹੈ। ਮੰਮੀ ਡੈਡੀ, ਵੱਡਾ ਭਰਾ ਅਤੇ ਇੱਥੋਂ ਤੱਕ ਕਿ ਛੋਟੀ ਭੈਣ। ਮਾਂ-ਬਾਪ ਹੋਣ ਦੇ ਨਾਤੇ ਸਾਡੇ ਕੋਲ ਮੌਕਾ ਹੈ ਕਿ ਅਸੀਂ ਬੱਚਿਆਂ ਨੂੰ ਸਮਝਾਈਏ ਕਿ ਕਿਸ ਤਰ੍ਹਾਂ ਉਹ ਪਰਮੇਸ਼ਰ ਦੀ ਆਤਮਿਕ ਯੋਜਨਾ ਵਿੱਚ ਪੂਰੇ ਉਤਰ ਸਕਣ। ਪਰਮੇਸ਼ਰ ਦੀ ਨਜ਼ਰ ਵਿੱਚ ਕੋਈ ਛੋਟਾ ਵੱਡਾ ਨਹੀਂ ਜਿਸ ਨੂੰ ਉਹ ਇਸਤੇਮਾਲ ਨਾ ਕਰ ਸਕੇ। ਪਰਮੇਸ਼ਰ ਇੰਨਾ ਵੱਡਾ ਹੈ ਕਿ ਉਸ ਦੀ ਨਿਗਾਹ ਵਿੱਚ ਕੋਈ ਵੀ ਇੰਨਾ ਛੋਟਾ ਨਹੀਂ ਜੋ ਯਿਸੂ ਮਸੀਹ ਦਾ ਸ਼ੁਭ ਸੰਦੇਸ਼ ਉਹਨਾਂ ਲੋਕਾਂ ਤੱਕ ਨਾ ਪਹੁੰਚਾ ਸਕੇ ਜੋ ਉਸ ਨੂੰ ਨਹੀਂ ਜਾਣਦੇ। ਸਰਵਸ਼ਕਤੀਮਾਨ ਪਰਮੇਸ਼ਰ ਦੇ ਦੁਆਰਾ ਸਾਡਾ ਪਰਿਵਾਰ ਉਸ ਕਿਲੇ ਦੇ ਉੱਪਰਲੇ ਭਾਗ ਤੇ ਲੱਗੀ ਰੋਸ਼ਨੀ ਵਰਗੇ ਹਨ ਜੋ ਆਪਣੇ ਪੜੋਸੀਆਂ ਨੂੰ ਜੀਵਨ ਦੇ ਸਕਦੇ ਹਨ ਜਿਨ੍ਹਾਂ ਕੋਲ ਇਸ ਦੀ ਕਮੀ ਹੈ। ਭਾਗ ਈਡੀ ਜਗਤ ਵਿੱਚ ਫੈਲਦਾ ਜਾਂਦਾ ਹੈ। ਪਰਮੇਸ਼ਰ ਸਾਡੇ ਘਰਾਂ ਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ। ਸਭ ਤੋਂ ਪਹਿਲਾਂ ਮਸੀਹ ਲਈ ਸਾਡੀ ਬੱਚਿਆਂ ਤੱਕ ਪਹੁੰਚਦਾ ਹੈ, ਫਿਰ ਬਾਹਰ ਪੜੋਸੀਆਂ ਅਤੇ ਮਿੱਤਰਾਂ ਤੱਕ ਪਹੁੰਚਦਾ ਹੈ, ਪਰ ਸਾਡਾ ਘਰ ਪਰਿਵਾਰ ਇਸ ਤੋਂ ਵੀ ਅੱਗੇ ਤੱਕ ਪਹੁੰਚ ਸਕਦਾ ਹੈ। ਕੁਝ ਖੁਸ਼ਕਿਸਮਤ ਘਰਾਂ ਨੂੰ ਮੈਂ ਜਾਣਦਾ ਹਾਂ। ਇਹ ਉਹ ਘਰ ਪਰਿਵਾਰ ਹਨ ਜੋ ਪੂਰੇ ਜਗਤ ਲਈ ਚਿੰਤਾ ਕਰਦੇ ਹਨ ਅਤੇ ਇਸ ਲਈ ਸਿੱਖਿਆ ਦਿੰਦੇ ਹਨ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਭੈੜੇ ਕੰਮਾਂ ਤੋਂ ਮੋੜਨ ਲਈ ਫੜਨਾ ਹੈ। ਕੀ ਤੁਸੀਂ ਜਾਣਦੇ ਹੋ, ਵਿੰਟਰ ਦੇ ਅਨੁਸਾਰ 80% ਅੱਜ ਦੇ ਮਿਸ਼ਨਰੀਆਂ ਨੂੰ ਦਰਸ਼ਨ ਮਿਲਿਆ ਜਦ ਬੱਚੇ ਹੀ ਸਨ। ਉਹ ਉਹਨਾਂ ਨੂੰ ਕਿੱਥੇ ਮਿਲਿਆ? ਕਾਰ ਵਿੱਚ। ਨੋਇਲ ਪਾਈਪਰ, ਜੋ ਕਿ ਜੌਨ ਪਾਈਪਰ ਦੀ ਪਤਨੀ ਹੈ, ਜੋ ਬੈਥਲਹਮ ਬੈਪਟਿਸਟ ਚਰਚ ਦਾ ਪਾਸਟਰ ਹੈ, ਕਈ ਸਾਲ ਪਹਿਲਾਂ ਉਸ ਨੇ ਇੱਕ ਲੇਖ ਲਿਖਿਆ, ਹੋਮ ਗਰਾਊਂਡ ਵਰਲਡ ਕ੍ਰਿਸਚਨ, ਜਿਸ ਵਿੱਚ ਉਸ ਨੇ ਐਲਾਨ ਕੀਤਾ,
ਸਾਡੀ ਬੱਚਿਆਂ ਲਈ ਮੂਲ ਪ੍ਰਾਰਥਨਾ ਇਹ ਹੈ ਕਿ ਪਰਮੇਸ਼ਰ ਉਹਨਾਂ ਨੂੰ ਆਪਣੇ ਵੱਲ ਖਿੱਚੇ, ਉਹ ਉਸ ਦੇ ਜਨ ਬਣ ਸਕਣ, ਉਹ ਉਸ ਦੇ ਲੋਕ ਬਣ ਜਾਣਗੇ ਅਤੇ ਫਿਰ ਸਾਡੀ ਪ੍ਰਾਰਥਨਾ ਇਹ ਹੈ, ਜਦ ਉਹ ਆਪਣੀ ਨਿਗਾਹ ਪਰਮੇਸ਼ਰ ਵੱਲ ਲਗਾ ਲੈਣਗੇ, ਉਹ ਇਸ ਜਗਤ ਦੇ ਬਾਰੇ ਚੇਤਨ ਹੋ ਜਾਣਗੇ ਕਿ ਕਿਸ ਤਰ੍ਹਾਂ ਅਸੀਂ ਇਸ ਜਗਤ ਵਿੱਚ ਰਹਿ ਕੇ ਜਗਤ ਨੂੰ ਜਿੱਤਣਾ ਹੈ। ਨੋਇਲ ਸਲਾਹ ਦਿੰਦੀ ਹੈ ਕਿ ਮਾਪਿਆਂ ਨੂੰ ਸਮਝਦਾਰੀ ਨਾਲ ਬੱਚਿਆਂ ਨੂੰ ਅੱਗੇ ਵਧਣ ਦੀ ਜ਼ਰੂਰਤ ਹੈ, ਤਾਂ ਕਿ ਉਹ ਦੂਸਰੇ ਬੱਚਿਆਂ ਅਤੇ ਪਰਿਵਾਰ ਤੱਕ ਪਹੁੰਚ ਬਣਾ ਸਕਣ। ਦੂਸਰੇ ਰੀਤੀ ਰਿਵਾਜ ਅਤੇ ਧਰਮ ਨੂੰ ਮੰਨਣ ਵਾਲੇ ਹਨ। ਉਹ ਸਲਾਹ ਦਿੰਦੀ ਹੈ, ਮਾਂ-ਬਾਪ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਸੰਬੰਧ ਦੂਜੇ ਦੇਸ਼ ਦੇ ਬੱਚਿਆਂ ਨਾਲ ਬਣਾਉਣ ਜੋ ਏਸ਼ੀਆ ਤੋਂ ਆਏ ਹਨ, ਅਮਰੀਕਨ ਇੰਡੀਅਨ ਹਨ। ਦੂਜੇ ਧਰਮ ਅਤੇ ਰੀਤੀ ਰਿਵਾਜ ਦੇ ਲੋਕਾਂ ਨਾਲ ਲਗਾਤਾਰ ਮੇਲ ਮਿਲਾਪ ਸਾਡੇ ਬੱਚਿਆਂ ਨੂੰ ਤਿਆਰ ਕਰਦਾ ਹੈ ਕਿ ਉਹ ਖੁੱਲ੍ਹ ਕੇ ਅਤੇ ਆਸਾਨੀ ਨਾਲ ਕਿਸੇ ਵੀ ਜਗ੍ਹਾ ਦੇ ਲੋਕਾਂ ਨਾਲ ਮੇਲ ਮਿਲਾਪ ਕਰ ਸਕਦੇ ਹਨ। ਮੈਂ ਚੰਗੀ ਤਰ੍ਹਾਂ ਸੋਚ ਸਕਦੀ ਹਾਂ ਕਿ ਬਹੁਤ ਸਾਰੇ ਲੋਕ ਜੋ ਪਰਮੇਸ਼ਰ ਨੂੰ ਨਹੀਂ ਜਾਣਦੇ, ਇਸ ਤਰ੍ਹਾਂ ਉਸਨੇ ਲਿਖਿਆ, ਮੈਂ ਚੰਗੀ ਤਰ੍ਹਾਂ ਅੰਦਾਜ਼ਾ ਲਗਾ ਸਕਦੀ ਹਾਂ ਕਿ ਹਰੇਕ ਜਗ੍ਹਾ ਤੇ ਜਿੱਥੇ ਲੋਕ ਰਹਿ ਰਹੇ ਹਨ, ਸ਼ਹਿਰ ਜਾਂ ਸ਼ਹਿਰ ਦੇ ਆਸ-ਪਾਸ, ਸਾਡੇ ਬੱਚਿਆਂ ਨਾਲ ਖੇਡਣ ਵਾਲੇ ਜੋ ਬਿਨਾਂ ਸ਼ਾਦੀ ਦੇ ਮਾਂ-ਬਾਪ ਦੀ ਔਲਾਦ ਹਨ, ਪਰਮੇਸ਼ਰ ਨੂੰ ਨਹੀਂ ਜਾਣਦੇ। ਬਹੁਤ ਸਾਰੇ ਲੋਕ ਹਨ ਜੋ ਚਰਚ ਵਿੱਚ ਨਹੀਂ ਜਾਂਦੇ ਅਤੇ ਬਹੁਤ ਸਾਰੇ ਲੋਕ ਨਸ਼ੇ ਅਤੇ ਗੰਦਗੀ ਵਿੱਚ ਡੁੱਬ ਕੇ ਪਰਮੇਸ਼ਰ ਦੇ ਨਾਮ ਉੱਤੇ ਧੱਬਾ ਲਗਾ ਰਹੇ ਹਨ। ਅਤੇ ਐਸੇ ਲੋਕ ਬਹੁਤ ਹਨ ਜੋ ਉੱਪਰੋਂ ਅੱਛੇ ਲੱਗਦੇ ਹਨ ਪਰ ਅੰਦਰ ਕੁਝ ਹੋਰ ਹੀ ਹੁੰਦਾ ਹੈ। ਜੇ ਇਸ ਤਰ੍ਹਾਂ ਲੋਕ ਸਾਡੇ ਆਸ-ਪਾਸ ਹਨ ਅਤੇ ਪਰਮੇਸ਼ਰ ਤੋਂ ਦੂਰ ਹਨ, ਤਾਂ ਕਿੰਨੇ ਦੁੱਖ ਦੀ ਗੱਲ ਹੈ। ਇਨ੍ਹਾਂ ਥਾਵਾਂ ਤੱਕ ਯਿਸੂ ਦਾ ਕੋਈ ਸ਼ਿਕਸ਼ਕ ਨਹੀਂ ਪਹੁੰਚਿਆ ਅਤੇ ਨਾ ਹੀ ਉੱਥੇ ਕੋਈ ਚਰਚ ਹੈ। ਕਈ ਮਿਸ਼ਨਰੀ ਪਾਈਪਰ ਦੇ ਘਰ ਆਉਂਦੇ ਅਤੇ ਜਾਂਦੇ ਸੀ, ਜਿਸ ਤਰ੍ਹਾਂ ਕਿ ਉਹਨਾਂ ਦੇ ਹੋਰ ਮਿੱਤਰ। ਇੱਕ ਵਾਰ ਮਿਸ਼ਨਰੀ ਹਰਬਰੇ ਅਤੇ ਬਰਬਰਾ ਇਸ ਪਲੁੜ ਦੇ ਹੰਝੂ ਨਿਕਲ ਪਏ ਜਦ ਇੱਕ 4 ਸਾਲ ਦਾ ਬੱਚਾ ਐਬਰਾਹਾਮ ਪਾਈਪਰ ਉਹਨਾਂ ਕੋਲ ਨੱਸ ਕੇ ਆਇਆ ਅਤੇ ਕਹਿਣ ਲੱਗਾ, ਮੈਂ ਤੁਹਾਨੂੰ ਜਾਣਦਾ ਹਾਂ, ਤੁਸੀਂ ਫਿਲਿਪੀਨ ਦੇ ਰਹਿਣ ਵਾਲੇ ਇਸ ਪਲੁੜ ਹੋ। ਉਸ ਜੋੜੇ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ, ਪਰ ਉਹ ਇਹਨਾਂ ਇਸ ਲਈ ਪਛਾਣ ਗਿਆ ਕਿਉਂਕਿ ਉਹ ਰੋਜ਼ ਪਾਈਪਰ ਦੇ ਘਰ ਪ੍ਰਾਰਥਨਾ ਲਈ ਆਉਂਦਾ ਸੀ ਅਤੇ ਤਸਵੀਰ ਵੇਖਦਾ ਸੀ। ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰ ਸਕਦੇ ਹਾਂ ਕਿ ਉਹ ਜਗਤ ਮਸੀਹ ਬਣਨ? ਨੋਇਲ ਕਈ ਸੁਝਾਅ ਦਿੰਦਾ ਹੈ। ਮਿਸ਼ਨੀਆਂ ਦੀ ਜੀਵਨੀ ਅਤੇ ਕਹਾਣੀਆਂ ਪੜ੍ਹੋ, ਆਪਣੇ ਦੇਸ਼ ਦਾ ਭੂਗੋਲ ਪੜ੍ਹੋ, ਆਪਣੇ ਬੱਚਿਆਂ ਦੀ ਗੱਲਬਾਤ ਦੂਜੇ ਦੇਸ਼ ਦੇ ਬੱਚੇ ਮਿਸ਼ਨਰੀ ਵਗੈਰਾ ਦੇ ਨਾਲ ਕਰਾਓ, ਆਪਣੇ ਮਿਸ਼ਨਰੀ ਦੋਸਤਾਂ ਨੂੰ 에ਅਰਪੋਰਟ ਛੱਡਣ ਜਾਓ। ਇੰਟਰਨੈਟ ਦਾ ਇਸਤੇਮਾਲ ਕਰਦੇ ਹੋਏ ਦੂਜੇ ਦੇਸ਼ਾਂ ਦੇ ਭੂਗੋਲ ਅਤੇ ਧਰਮਾਂ ਦੀ ਜਾਣਕਾਰੀ ਲਵੋ। ਸਾਡੇ ਬੱਚੇ ਸ਼ੁਰੂ ਵਿੱਚ ਹੀ ਇਹ ਸਿੱਖ ਸਕਦੇ ਹਨ ਕਿ ਪਰਮੇਸ਼ਰ ਸਾਰੇ ਜਗਤ ਨੂੰ ਪਿਆਰ ਕਰਦਾ ਹੈ ਅਤੇ ਇਸ ਗੱਲ ਵਿੱਚ ਭਾਗ ਲੈ ਸਕਦੇ ਹਨ ਕਿ ਦੂਜੇ ਲੋਕ ਇਹ ਜਾਣ ਸਕਣ ਕਿ ਯਿਸੂ ਮਸੀਹ ਹੀ ਛੁਟਕਾਰਾ ਦੇ ਸਕਦਾ ਹੈ। ਭਾਵੇਂ ਇਹ ਲੋਕ ਸਾਡੇ ਘਰ ਦੀ ਛੱਤ ਦੇ ਹੇਠਾਂ ਰਹਿ ਰਹੇ ਹੋਣ, ਸਾਡੇ ਘਰ ਦੇ ਆਸ-ਪਾਸ ਰਹਿੰਦੇ ਹੋਣ ਜਾਂ ਜਗਤ ਦੇ ਦੂਜੇ ਪਾਸੇ ਰਹਿਣ ਵਾਲੇ ਹੋਣ, ਪਰਮੇਸ਼ਰ ਇੱਕ ਬਹੁਤ ਹੀ ਵੱਡਾ ਪਰਮੇਸ਼ਰ ਹੈ ਅਤੇ ਉਹ ਆਪਣੀ ਯੋਜਨਾ ਲਈ ਸਭ ਨੂੰ ਇਸਤੇਮਾਲ ਕਰ ਸਕਦਾ ਹੈ ਤਾਂ ਕਿ ਉਸ ਦੀ ਮਹਿਮਾ ਪੂਰੇ ਜਗਤ ਵਿੱਚ ਫੈਲ ਸਕੇ। ਜ਼ਬੂਰ 78 ਅਧਿਆਏ 5 ਤੋਂ 7 ਵਚਨ ਦੱਸਦਾ ਹੈ, ਉਸਨੇ ਤਾਂ ਯਕੂਬ ਵਿੱਚ ਇੱਕ ਸਾਖੀ ਕਾਇਮ ਕੀਤੀ ਅਤੇ ਇਜ਼ਰਾਈਲ ਵਿੱਚ ਇੱਕ ਬਵਿਸਥਾ ਠਹਿਰਾਈ, ਜਿਹਦਾ ਹੁਕਮ ਉਸਨੇ ਸਾਡੇ ਪਿਓ ਦਾਦਿਆਂ ਨੂੰ ਦਿੱਤਾ। ਭਾਈ ਉਹ ਆਪਣੀ ਆਸ ਨੂੰ ਸਿਖਾਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਅਰਥਾਤ ਉਹ ਬੱਚੇ ਜਿਹੜੇ ਜੰਮਣਗੇ ਉਹਨਾਂ ਨੂੰ ਜਾਣ ਲੈਣ ਕਿ ਉਹ ਵੀ ਉੱਠ ਕੇ ਆਪਣੀ ਅੰਸ਼ ਨੂੰ ਦੱਸਣ। ਭਾਈ ਉਹ ਪਰਮੇਸ਼ਰ ਵਿੱਚ ਆਪਣੀ ਆਸ ਰੱਖਣ ਅਤੇ ਪਰਮੇਸ਼ਰ ਦੇ ਕੰਮਾਂ ਨੂੰ ਨਾ ਭੁੱਲਣ, ਪਰ ਉਸ ਦੇ ਹੁਕਮਾਂ ਦੀ ਰਾਖੀ ਕਰਨ। ਸਾਡੇ ਲਈ ਇਹ ਹੀ ਇੱਕ ਕੰਮ ਕਰਨ ਲਈ ਰੂਪ-ਰੇਖਾ ਦਿੱਤੀ ਗਈ ਹੈ, ਜੋ ਸਮੇਂ ਨਾਲ ਕਦੇ ਵੀ ਫਿੱਕੀ ਨਹੀਂ ਪੈਂਦੀ। ਇਹ ਹਮੇਸ਼ਾ ਹੀ ਤਾਜ਼ੀ ਰਹਿੰਦੀ ਹੈ ਅਤੇ ਅੱਜ ਵੀ ਭਾਵੇਂ ਹਜ਼ਾਰਾਂ ਸਾਲ ਵੀ ਬੀਤ ਚੁੱਕੇ ਹਨ। ਮਾਂ-ਬਾਪ ਹੋਣ ਕਰਕੇ ਸਾਡੇ ਲਈ ਸਭ ਤੋਂ ਵੱਡਾ ਅਤੇ ਖੁਸ਼ੀ ਦਾ ਕੰਮ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਮਸੀਹ ਦੇ ਕੋਲ ਲੈ ਜਾਈਏ ਅਤੇ ਉਹਨਾਂ ਦੀ ਇਸ ਗੱਲ ਵਿੱਚ ਸਹਾਇਤਾ ਕਰੀਏ ਕਿ ਉਹ ਜਗਤ ਵਿੱਚ ਪਰਮੇਸ਼ਰ ਦਾ ਪ੍ਰਚਾਰ ਕਰਨ ਲਈ ਆਪਣੀ ਜਗ੍ਹਾ ਲੱਭ ਲੈਣ। ਤਰੀਕੇ ਜੋ ਅਸੀਂ ਇਸਤੇਮਾਲ ਕਰਦੇ ਹਾਂ ਅਤੇ ਮੌਕੇ ਜੋ ਪਰਮੇਸ਼ਰ ਸਾਨੂੰ ਦਿੰਦਾ ਹੈ, ਉਹ ਬੇਅੰਤ ਹੋ ਸਕਦੇ ਹਨ, ਪਰ ਇੱਕ ਚੀਜ਼ ਹਰੇਕ ਚੀਜ਼ ਵਿੱਚ ਉਸ ਤਰ੍ਹਾਂ ਹੀ ਰਹਿੰਦੀ ਹੈ। ਮੈਂ ਦੱਸਦਾ ਹਾਂ, ਵੁਡੀ ਵਾਈਟ ਇਸ ਨੂੰ ਕਿਸ ਤਰ੍ਹਾਂ ਬਿਆਨ ਕਰਦਾ ਹੈ। 1953 ਦੇ ਅੰਤ ਵਿੱਚ ਮੈਂ ਇੱਕ ਜਵਾਨ ਔਰਤ ਨੂੰ ਮਿਲਿਆ। ਉਸ ਵਕਤ ਮੈਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀ ਕਿਉਂਕਿ ਲੋਕਾਂ ਨੇ ਧਰਮ ਦੇ ਨਵੇਂ ਤਰੀਕੇ ਅਪਣਾ ਲਏ ਸੀ। ਉਹ ਔਰਤ ਇੱਕ ਸਪਸ਼ਟ ਬੋਲਣ ਵਾਲੀ ਮਸੀਹ ਦੇ ਪ੍ਰਤੀ ਸਮਰਪਿਤ ਸੀ। ਉਹ ਜਾਣਦੀ ਸੀ ਕਿ ਆਪਣੇ ਵਿਸ਼ਵਾਸ ਦੇ ਬਾਰੇ ਕਿੰਜ ਗੱਲਬਾਤ ਕਰਨੀ ਹੈ। ਮੈਂ ਕਲੀਸਿਆ ਦੇ ਵਿਰੋਧ ਵਿੱਚ ਜਿੰਨਾ ਜ਼ਿਆਦਾ ਦੋਸ਼ ਕੱਢਦੀ ਸੀ, ਉਨਾ ਹੀ ਜ਼ਿਆਦਾ ਉਹ ਯਿਸੂ ਬਾਰੇ ਗੱਲਬਾਤ ਕਰਦੀ ਸੀ। ਚਰਚ ਦੀ ਸਫਲਤਾ ਦੇ ਬਾਰੇ ਜਿੰਨਾ ਮੈਂ ਜ਼ਿਆਦਾ ਬੋਲਦੀ ਸਾਂ,
ਉਨਾ ਹੀ ਜ਼ਿਆਦਾ ਉਹ ਯਿਸੂ ਦੇ ਬਾਰੇ ਗੱਲਬਾਤ ਕਰਦੀ ਸੀ। ਉਹ ਜਿੱਤ ਗਈ। ਪਰਮੇਸ਼ਰ ਦੀ ਮਹਿਮਾ ਹੋਵੇ। ਹੋ ਸਕਦਾ ਹੈ ਅਸੀਂ ਆਪਣੇ ਪ੍ਰਚਾਰ ਦੇ ਦੌਰਾਨ ਕੁਝ ਗਲਤ ਚੀਜ਼ਾਂ ਦੇ ਬਾਰੇ ਗੱਲਬਾਤ ਕਰਦੇ ਹੋਈਏ। ਹੋ ਸਕਦਾ ਹੈ ਅਸੀਂ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇ ਰਹੇ ਹੋਈਏ ਜਿਨ੍ਹਾਂ ਨੂੰ ਕੋਈ ਨਾ ਪੁੱਛ ਰਿਹਾ ਹੋਵੇ। ਇਹ ਇਸ ਤਰ੍ਹਾਂ ਹੋ ਸਕਦਾ ਹੈ ਕਿ ਲੋਕ ਸਾਡੇ ਕੋਲ ਰੋਟੀ ਮੰਗਦੇ ਹੋਏ ਅਤੇ ਅਸੀਂ ਉਹਨਾਂ ਨੂੰ ਪੱਥਰ ਦੇ ਰਹੀਏ ਹੋਈਏ। ਸ਼ੁਭ ਸੰਦੇਸ਼ ਇਹ ਹੈ, ਯਿਸੂ ਹੀ ਪ੍ਰਭੂ ਹੈ। ਭਾਵੇਂ ਕੁਝ ਵੀ ਕਰੋ, ਕੁਝ ਵੀ ਅਪਣਾਓ, ਭਾਵੇਂ ਇਸ ਤੋਂ ਵੱਧ ਕੇ ਕੁਝ ਹੋਵੇ, ਕਹਾਣੀ ਦਾ ਆਰੰਭ ਇਹ ਹੀ ਹੈ, ਯਿਸੂ ਹੀ ਪ੍ਰਭੂ ਹੈ। ਇਹ ਇੱਕ ਕਹਾਣੀ ਜੋ ਸਾਨੂੰ ਤਾਕਤ ਦਿੰਦੀ ਹੈ ਅਤੇ ਸਾਡੇ ਬੱਚਿਆਂ ਨੂੰ ਪਰਮੇਸ਼ਰ ਦੇ ਕੰਮਾਂ ਵਿੱਚ ਸਹਿਭਾਗੀ ਬਣਾਉਂਦੀ ਹੈ। ਜਗਤ ਦਾ ਪਰਮੇਸ਼ਰ ਸਾਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਕਿ ਅਸੀਂ ਮਹੱਤਵਪੂਰਨ ਸੰਦੇਸ਼ ਨੂੰ ਪੂਰੇ ਜਗਤ ਵਿੱਚ ਘੋਸ਼ਣਾ ਕਰੀਏ ਜਿਸ ਨੂੰ ਅਜੇ ਤੱਕ ਨਹੀਂ ਸੁਣਿਆ। ਅਸੀਂ ਇਸ ਆਵਾਜ਼ ਲਈ ਖੁਸ਼ੀ ਨਾਲ ਕੰਮ ਕਰੀਏ ਅਤੇ ਪਰਮੇਸ਼ਰ ਨੂੰ ਆਖੀਏ ਕਿ ਸਾਡੇ ਪਰਿਵਾਰ ਦੀ ਸਹਾਇਤਾ ਕਰ ਤਾਂ ਕਿ ਦੂਸਰੇ ਲੋਕ ਇਹ ਜਾਣ ਸਕਣ ਜੋ ਅਸੀਂ ਜਾਣਦੇ ਹਾਂ, ਯਿਸੂ ਹੀ ਪ੍ਰਭੂ ਹੈ। ਆਮੀਨ। ਪਿਆਰੇ ਦਰਸ਼ਕੋ, ਅਸੀਂ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਯਰਮਾਇਆ ਦੇ ਕੋਲੋਂ ਇੱਕ ਆਦਰਸ਼ ਮਸੀਹੀ ਪਰਿਵਾਰ ਦੇ ਬਾਰੇ ਸਿੱਖ ਰਹੇ ਸੀ। ਡਾਕਟਰ ਡੇਵਿਡ ਯਰਮਾਇਆ ਨੇ ਆਪਣੇ ਅਨੁਭਵਾਂ ਦੇ ਅਨੁਸਾਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਵਿਸ਼ਵਾਸ ਤੇ ਆਧਾਰਿਤ ਇੱਕ ਮਸੀਹੀ ਪਰਿਵਾਰ ਦੀ ਸੁੰਦਰ ਤਸਵੀਰ ਨੂੰ ਸਾਡੇ ਲਈ ਉਕੇਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਅਧਿਐਨ ਤੋਂ ਅਸੀਂ ਇਹ ਜਾਣਿਆ ਕਿ ਪਰਮੇਸ਼ਰ ਮਸੀਹੀ ਪਰਿਵਾਰ ਦੇ ਦੁਆਰਾ ਇਸ ਸੰਸਾਰ ਦੇ ਵਿੱਚ ਆਪਣੇ ਰਾਜ ਨੂੰ ਫੈਲਾਉਣਾ ਚਾਹੁੰਦਾ ਹੈ। ਅਸੀਂ ਇੱਕ ਆਦਰਸ਼ ਪਰਿਵਾਰ ਦੀ ਵਿਸ਼ੇਸ਼ਤਾਵਾਂ ਅਤੇ ਉਹਦੇ ਲੱਛਣਾਂ ਨੂੰ ਵੇਖ ਰਹੇ ਸੀ। ਅਸੀਂ ਵੇਖਿਆ ਕਿ ਵਿਸ਼ਵਾਸ ਦੇ ਇਹ ਵਿਸ਼ੇਸ਼ਤਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਇਹ ਵੱਧਦਾ ਚਲਾ ਜਾਂਦਾ ਹੈ। ਇਸ ਦੇ ਕੁਝ ਲੱਛਣ ਵੀ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਦੇਖ ਲਏ ਸੀ। ਅੱਜ ਅਸੀਂ ਵੇਖਿਆ ਕਿ ਵਿਸ਼ਵਾਸ ਆਤਮਿਕ ਭਰੋਸਾ ਦਿੰਦਾ ਹੈ। ਇਸ ਦੇ ਅਧੀਨ ਅਸੀਂ ਸਿੱਖਿਆ ਕਿ ਜੀਵਨ ਦਾ ਵਾਅਦਾ ਯਿਸੂ ਮਸੀਹ ਦੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੋਸਤੋ, ਤੁਹਾਡਾ ਪਰਿਵਾਰ ਦੂਜੇ ਪਰਿਵਾਰ ਨੂੰ ਪ੍ਰਭੂ ਦੇ ਵਿੱਚ ਲਿਆਉਣ ਵਿੱਚ ਇੱਕ ਅਸਰਦਾਰ ਭੂਮਿਕਾ ਨਿਭਾ ਸਕਦਾ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਉਹ ਤੁਹਾਡੇ ਪਰਿਵਾਰ ਨੂੰ ਇਸਤੇਮਾਲ ਕਰੇ ਤਾਂ ਕਿ ਦੂਜਿਆਂ ਨੂੰ ਪਰਮੇਸ਼ਰ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਕੀਤਾ ਜਾ ਸਕੇ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸਾਡੇ ਨਾਲ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋ ਗਿਆ ਕਿ ਅਸੀਂ ਤੁਹਾਡੇ ਤੋਂ ਵਿਦਾ ਲਈਏ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਇਸ ਅੱਛੇ ਵਚਨਾਂ ਵਾਸਤੇ, ਜਿਹਦੇ ਦੁਆਰਾ ਤੁਸੀਂ ਸਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦਿੱਤੀ ਅਤੇ ਸਾਨੂੰ ਸਿਖਾਇਆ ਕਿ ਸਾਡੇ ਪਰਿਵਾਰ ਆਦਰਸ਼ ਪਰਿਵਾਰ ਹੋਣੇ ਚਾਹੀਦੇ ਆ। ਸਾਡੇ ਪਰਿਵਾਰ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲੇ ਪਰਿਵਾਰ ਹੋਣੇ ਚਾਹੀਦੇ ਆ। ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੀ ਸਿੱਖਿਆ ਦੇ ਦੁਆਰਾ ਸਾਨੂੰ ਸਰਗਰਮ ਕੀਤਾ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਤੁਹਾਡੇ ਵਚਨ ਦੀ ਪਾਲਣਾ ਕਰਦੇ ਹੋਏ ਪਿਤਾ ਦੂਜਿਆਂ ਦੇ ਪਰਿਵਾਰਾਂ ਤੱਕ ਆਪਣੀ ਪਹੁੰਚ ਨੂੰ ਬਣਾਈਏ ਅਤੇ ਉਹਨਾਂ ਨੂੰ ਵੀ ਮੁਕਤੀ ਦਾ ਰਾਹ ਦੱਸਣ ਵਾਲੇ ਹੋਈਏ। ਸਾਰੀ ਗੱਲਾਂ ਵਾਸਤੇ ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਹਾਂ ਅਤੇ ਪ੍ਰਾਰਥਨਾ ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।